गल का भो नहीं सताएगा। पता है उन्हें अखरीले टाइम तो भी बचा लेंदा। आखो सतनाम श्री वाह। भरोसे की दात मंगया करो, शरदा मंगया करो भाई। प्रेमा भगती अंदर बड़े सुख हैं। आओ सारे पहले कथा तो आरंभ करने तो पहला उस प्रभु का सिमरन करिए। सारी संगत जपियो, सारे कोई वस ना वांझी ना रहा करे। वाहे गुरु वाहे गुरु वाहे गुरु वाहे गुरु। 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 विसर नाई दातार विसर नाई दातार। अपना नाम दे हो अपना नाम दे हो। गुण गावा दिन रात गुण गावा दिन रात। नानक चाहो ए हो नानक चाहो ए हो। गुण गावा दिन रात गुण गावा दिन रात। विसर नाई दातार विसर नाई दातार। वाहे गुरु वाहे गुरु वाहे गुरु वाहे गुरु। वाह वाह। वाहे गुरु वाहे गुरु वाहे गुरु वाहे गुरु। 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 वाहिगुरु जी का खालसा वाहिगुरु जी की फतेह। सलोक महला तीजा तीजे पातशाह धन धन गुरु अमरदास महाराज जिन्हां दा यह पावन शब्द है जो अमृत वेले मुख वाक। सज्जन मिले सजना
ਜਿਨ ਸਤਿਗੁਰ ਨਾਲ ਪਿਆਰ। ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਉਹ ਸੱਜਣ ਮਿਲਣ ਸਾਨੂੰ, ਉਹ ਗੁਰਸਿੱਖ ਪਿਆਰੇ ਮਿਲਣ। ਉਹਨਾਂ ਦਾ ਇਸ਼ਾਰਾ ਰੰਗੇ ਹੋਏ ਸਿੱਖਾਂ ਦੇ ਉੱਪਰ ਹੈ, ਜਿਹੜੇ ਗੁਰੂ ਦੀ ਗੱਲ ਕਰਦੇ ਹਨ, ਗੁਰੂ ਨਾਲ ਮਿਲਾਉਂਦੇ ਹਨ। ਜਿਨ ਸਤਿਗੁਰ ਨਾਲ ਪਿਆਰ, ਜਿਨ੍ਹਾਂ ਨੂੰ ਸਤਿਗੁਰ ਜੀ ਦੇ ਨਾਲ ਪਿਆਰ ਹੈ, ਪ੍ਰੀਤ ਹੈ, ਪ੍ਰੇਮ ਹੈ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਅਰਦਾਸ ਹੀ ਰੋਜ਼ ਬੋਲਦੇ ਆ ਨਾ, ਇਹ ਉਸੀ ਗੱਲ ਦੀ ਅਵਸਥਾ ਦੀ ਗੱਲ ਹੋ ਰਹੀ ਹੈ। ਮਿਲ ਪ੍ਰੀਤਮ ਤਿਨੀ ਧਿਆਇਆ, ਉਹਨਾਂ ਦੇ ਨਾਲ ਪ੍ਰੀਤਮ ਦੇ ਗੁਣ ਗਾਇਆ ਕਰੀਏ। ਸੱਚਾ ਪ੍ਰੇਮ ਪਿਆਰ, ਔਰ ਇੱਕ ਝੂਠਾ ਪ੍ਰੇਮ ਹੁੰਦਾ ਹੈ ਜਿਹੜਾ ਜਿਹਨੂੰ ਕਹਿੰਦੇ ਦਿਖਾਵਾ। ਬੋਲ ਇਨਸਾਨ ਕੁਛ ਹੋਰ ਰਿਹਾ, ਬੋਲ ਅੰਦਰੋਂ ਕਪਟ ਰੱਖ ਰਿਹਾ, ਮਨ ਵਿੱਚ ਵੈਰ ਹੈ, ਈਰਖਾ ਹੈ ਦੂਜੇ ਪ੍ਰਤੀ, ਉਹ ਬੰਦੇ ਕਦੀ ਕਾਮਯਾਬ ਨਹੀਂ। ਸਤਿਗੁਰੂ ਮਹਾਰਾਜ ਇਸ਼ਾਰਾ ਦੇ ਰਹੇ ਹਨ, ਜਿਨ੍ਹਾਂ ਨੂੰ ਸੱਚੇ ਪ੍ਰੇਮ ਪਿਆਰ, ਜਿਨ੍ਹਾਂ ਨੂੰ ਪ੍ਰੀਤੀਆਂ ਲੱਗੀਆਂ ਹੈ, ਉਹਨਾਂ ਨਾਲ ਅਸੀਂ ਮਿਲ ਕੇ ਰੱਬ ਦਾ ਨਾਮ ਧਿਆਈਏ। ਮਨ ਹੀ ਤੇ ਮਨ ਮਾਨਿਆ, ਮਨ ਹੀ ਤੇ ਮਨ ਮਾਨਿਆ, ਮੇਰਾ ਮਨ ਮੰਨ ਗਿਆ ਹੈ। ਕਿਸ ਮਨ ਨਾਲ? ਗੁਰ ਕਾ ਸ਼ਬਦ ਅਪਾਰ, ਗੁਰੂ ਦੇ ਸ਼ਬਦ ਦੀ ਵਿਚਾਰ ਨਾਲ, ਉਹਦੀ ਬਖਸ਼ਿਸ਼ਾਂ ਨਾਲ ਮੇਰਾ ਮਨ ਇਹ ਗੱਲ ਮੰਨ ਗਿਆ ਹੈ ਜੀ। ਇਹ ਸੱਜਣ ਮਿਲੇ ਨਾ ਵਿਛੜੇ, ਇਹੋ ਜਿਹੇ ਸੱਜਣ ਦੀ ਅਰਦਾਸ ਕਰਿਆ ਕਰੋ ਭਾਈ। ਇੱਕ ਵਾਰੀ ਅਗਰ ਇਹਨਾਂ ਨਾਲ ਤੁਹਾਡੀ ਦੋਸਤੀ ਪੈ ਗਈ ਨਾ, ਇਹਨਾਂ ਨਾਲ ਮਿੱਤਰਤਾਈ ਪੈ ਗਈ, ਤੇ ਉਹਦੀ ਵੀ ਅਰਦਾਸ ਵੱਖਰੀ ਕਰਿਆ ਕਰੋ ਕਿ ਐਸੇ ਸੱਜਣ ਸਾਡੇ ਤੋਂ ਜੀਵਨ ਭਰ ਨਾ ਵਿਛੜਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜੇ ਰੱਬ ਦੀ ਗੱਲਾਂ ਕਰਦੇ ਹਨ, ਰੱਬ ਔਰ ਗੁਰੂ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ, ਉਹਨਾਂ ਸੱਜਣਾ ਦੇ ਨਾਲ ਸਾਡੀ ਯਾਰੀਆਂ ਲੰਬੀਆਂ ਚੱਲਣ। ਟੁੱਟੀ ਗੰਢ ਲੋ ਮਹਾਰਾਜ, ਇਹ ਸੱਜਣ ਮਿਲੇ ਨਾ ਵਿਛੜੇ, ਜੇ ਆਪ ਮਿਲੇ ਕਰਤਾਰ। ਜਿਨ੍ਹਾਂ ਨੇ ਆਪ ਪ੍ਰਭੂ ਨੇ, ਕਰਤਾਰ ਨੇ ਕਿਰਪਾ ਕਰਕੇ ਐਸੇ ਸੱਜਣਾ ਨਾਲ, ਸੰਤਾਂ ਨਾਲ ਸਾਨੂੰ ਮੇਲ ਕਰਾ ਦਿੱਤਾ ਹੈ। ਇਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆਂ, ਇਕਨਾਂ ਨੂੰ ਦਰਸ਼ਨ ਦੀ ਕੋਈ ਪ੍ਰਤੀਤ ਨਹੀਂ, ਕੋਈ ਰੱਬ ਨਾਲ ਪਿਆਰ ਨਹੀਂ, ਕੋਈ ਤੜਫ ਨਹੀਂ। ਸ਼ਬਦ ਨਾ ਕਰੇ ਵਿਚਾਰ, ਸ਼ਬਦ ਦੀ ਵਿਚਾਰ ਸੁਣ ਕੇ ਰਾਜੀ ਨਹੀਂ, ਸ਼ਬਦ ਦੀ ਵਿਚਾਰ ਉਹਨਾਂ ਦੇ ਮਨ ਵਿੱਚ, ਹਿਰਦੇ ਅੰਦਰ ਵਸਦੀ ਨਹੀਂ। ਵਿਛੜਿਆ ਕਾ ਕਿਆ ਵਿਛੜੇ, ਜਿਨ੍ਹਾਂ ਦੂਜਾ ਭਾਏ ਪਿਆਰ, ਉਹਨਾਂ ਨੂੰ ਕਾਹਦਾ ਗਮ ਹੈ ਜੀ। ਦੇਖੋ ਪ੍ਰਭੂ ਤੋਂ ਤੇ ਅਸੀਂ ਸਾਰੇ ਵਿਛੜੇ ਹਾਂ, ਇਹ ਗੱਲ ਤਾਂ ਪੱਕੀ ਹੈ। ਪਿਤਾ ਪਰਮੇਸ਼ਵਰ ਹੀ ਹੈ ਸਾਡਾ, ਦੁਨਿਆਵੀ ਪਿਤਾ ਧਰਤੀ ਤੇ ਹੈ ਮਾਤਾ ਪਿਤਾ। ਅਸਲੀ ਪਿਤਾ ਸਾਡਾ ਪਰਮਾਤਮਾ ਅਕਾਲ ਪੁਰਖ ਉੱਪਰ ਗੁਰੂ ਗੋਬਿੰਦ ਸਿੰਘ ਜੀ, ਉਹ ਹਨ ਅਸਲੀ ਪਿਤਾ, ਤੇ ਉਹੀ ਹੈ। ਪਰ ਉਹਦੇ ਵਿਛੜਨ ਦਾ ਗਮ ਕਿਸੇ ਨੂੰ ਹੈ, ਇਹ ਗੱਲ ਹੈ। ਕੋਈ ਉਸ ਪਿਤਾ ਦੇ ਪਿੱਛੇ ਤੜਫਦਾ ਪਿਆ ਹੈ। ਮੇਲੇ ਅੰਦਰ ਪੁੱਤਰ ਖੋ ਜਾਵੇ ਨਾ, ਕੋਈ ਪੜੋਸੀ ਆ ਕੇ ਉਂਗਲੀ ਫੜ ਕੇ ਜੇ ਤੁਹਾਡੇ ਪਿਤਾ ਨਾਲ ਮਿਲਾ ਦੇ, ਕਿੰਨੀ ਖੁਸ਼ੀ ਹੋਏਗੀ। ਪਿਤਾ ਜੀ ਨੂੰ ਵੀ ਹੋਏਗੀ ਕਿ ਮੇਰੇ ਪੜੋਸੀ ਨੇ ਭਲਾ ਕਰਤਾ, ਤੇ ਉਸ ਬੱਚੇ ਨੂੰ ਵੀ ਹੋਏਗੀ ਜਿਹੜਾ ਗੁੰਮਿਆ ਪਿਆ ਸੀ। ਪਰ ਇਸ਼ਾਰਾ ਜਾਂਦਾ ਹੈ ਸੰਤਾਂ ਵੱਲ, ਉਹ ਪੜੋਸੀ ਨਹੀਂ ਹੈ, ਉਹ ਸੰਤ ਹਨ। ਸੰਤ ਉਂਗਲੀ ਫੜਾ ਕੇ ਸਾਨੂੰ ਉਸ ਅਸਲੀ ਪਿਤਾ ਦੇ ਨਾਲ ਮਿਲਾਪ ਕਰਾ ਦਿੰਦੇ ਹਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਥੇ ਉਸ ਵਿਛੜਨ ਦੀ ਗੱਲ ਹੋ ਰਹੀ ਹੈ। ਜਿੰਨੇ ਵੀ ਉਦਾਹਰਨ ਦਿੱਤੇ ਜਾਂਦੇ ਹਨ ਦੁਨਿਆਵੀ ਤੌਰ 'ਤੇ ਗੁਰਬਾਣੀ 'ਚ, ਉਹ ਸਾਰੇ ਭਗਤੀ ਦੇ ਉੱਪਰ ਹੀ ਐਂਡ ਹੁੰਦਾ, ਉਹਨਾਂ ਦਾ ਮੇਲ ਦੇ ਉੱਪਰ। ਵਿਛੜਿਆ ਕਾ ਕਿਆ ਵਿਛੜੇ, ਜਿਨ੍ਹਾਂ ਦੂਜੇ ਭਾਏ ਪਿਆਰ। ਉਹਨਾਂ ਨੂੰ ਕਿਸ ਗੱਲ ਦੀ ਚਿੰਤਾ ਹੈ ਜੀ, ਜਿਨ੍ਹਾਂ ਨੂੰ ਦੂਜੇ ਪਾਸੇ ਮਾਇਆ ਵਿੱਚ, ਬੱਚਿਆਂ ਵਿੱਚ, ਦੂਜੀ ਗੱਲਾਂ ਵਿੱਚ ਆਨੰਦ ਆਉਂਦਾ ਹੈ। ਉਹਨਾਂ ਨੂੰ ਭਗਤੀ ਦੀ ਗੱਲਾਂ ਅੱਛੀਆਂ ਵੀ ਨਹੀਂ ਲੱਗਦੀਆਂ, ਸਹੀ ਦੱਸਾਂ। ਉਹਨਾਂ ਨੂੰ ਨਾ ਵਿਛੜਨ ਦਾ ਗਮ ਹੈ। ਉਹ ਕਹਿੰਦੇ ਇਹ ਜਗ ਡਿੱਠਾ, ਅੱਗੇ ਕਿੰਨੇ ਡਿੱਠਾ। ਕਹਿੰਦੇ ਇਹੀ ਜਗ ਚੰਗਾ, ਅੱਗੇ ਕਿੰਨੇ ਦੇਖਿਆ ਜੀ, ਕਿਸੇ ਨੇ ਕੁਛ ਨਹੀਂ ਦੇਖਿਆ, ਅੱਗੇ ਕੀ ਹੈ। ਮਨਮੁਖ ਸੇਤੀ ਦੋਸਤੀ, ਥੋੜਿਆ ਦਿਨ ਚਾਰ। ਜੇ ਕੋਈ ਮਨਮੁਖ ਤੁਹਾਡੇ ਟੱਕਰ ਗਿਆ ਲਾਈਫ ਅੰਦਰ,
ਮਨਮੁਖ ਜਿਹੜੇ ਮਨ ਦੀ ਮੰਨਦੇ ਨੇ, ਆਪਣੀ ਸਿਰਫ ਮਨ ਨੂੰ ਹੈਡ ਆਫ ਪਾਵਰ ਮੰਨਦੇ, ਮੇਰਾ ਮਨ ਚੰਗਾ ਹੈ। ਥੋੜੇ ਆ ਦਿਨ ਚਾਰ, ਬਸ ਥੋੜੇ ਦਿਨ ਚੱਲੇਗੀ ਦੋਸਤੀ, ਕੁਛ ਪਲ ਲਾ ਲਓ, ਕੁਛ ਮਹੀਨੇ, ਕੁਛ ਸਾਲ ਲਾ ਲਓ, ਇੱਕ ਦਿਨ ਧੋਖਾ, ਇੱਕ ਦਿਨ ਲੜਾਈ ਝਗੜਾ, ਥੋੜੇ ਰਿਆਂ ਦਿਨ ਚਾਰ। ਗੁਰਬਾਣੀ ਕਲੀਅਰ ਲਿਖਿਆ, ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵੀ, ਇਸ ਦੋਸਤੀ ਚਲਨ ਵਿਕਾਰ। ਕਹਿੰਦੇ ਇਹ ਪ੍ਰੀਤੀ ਝੂਠੀ ਪਾਈ ਤਾਂ ਇਹ ਟੁੱਟੇਗੀ ਟੁੱਟੇਗੀ, ਇਸ ਦੋਸਤੀ ਦਾ ਕੋਈ ਭਰੋਸਾ ਨਹੀਂ ਰਿਹਾ। ਜਿਹਦੇ ਨਾਲ ਵਿਕਾਰ ਚੱਲਦੇ ਹਨ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਜਿਹਦੇ 'ਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹ ਮਿੱਤਰਤਾਈ ਦਾ ਕੀ ਫਾਇਦਾ ਜਿਹੜਾ ਵਿਕਾਰ ਪੈਦਾ ਕਰ ਰਿਹਾ ਹੈ। ਇਨਸਾਨ ਵਿੱਚ ਵਿਕਾਰ ਪੈਦਾ ਕਰ ਰਿਹਾ। ਸਤਿਗੁਰ ਕਹਿੰਦੇ ਨਹੀਂ, ਨਹੀਂ ਕਰਨੀ। ਜਿਨ੍ਹਾਂ ਅੰਦਰ ਸੱਚੇ ਕਾ ਭਉ ਨਹੀਂ, ਕਹਿੰਦੇ ਜਿਨ੍ਹਾਂ ਦੇ ਅੰਦਰ ਸੱਚੇ ਦਾ ਭਉ ਨਹੀਂ ਹੈ ਨਾ, ਡਰ ਨਹੀਂ ਹੈ, ਨਾਮ ਨਾ ਕਰੇ ਪਿਆਰ, ਜਿਹੜੇ ਨਾਮ ਨਾਲ ਪਿਆਰ ਨਹੀਂ ਰੱਖਦੇ, ਨਾਨਕ ਤਿੰਨ ਸਿਉ ਕਿਆ ਕੀਚੈ ਦੋਸਤੀ। ਦੇਖੋ ਕਲੀਅਰ ਆ ਗਈ ਗੱਲ, ਨਾਨਕ ਤਿੰਨ ਸਿਉ ਕਿਆ ਕੀਚੈ ਦੋਸਤੀ। ਕਹਿੰਦੇ ਉਹਨਾਂ ਨਾਲ ਦੋਸਤੀ ਕਾਦੀ ਭਾਈ, ਉਹ ਤਾਂ ਝੂਠੀ ਦੋਸਤੀ ਹੋਈ ਨਾ। ਸੰਤਾਂ ਨਾਲ ਦੋਸਤੀ ਤਾਂ ਸੱਚੀ ਮੰਨੀ ਗਈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਹਨ, ਐਂਡ ਤੱਕ ਮੁਕਤ ਕਰਾ ਦਿੰਦੇ ਹਨ, ਉਹ ਤੇ ਚਲੋ ਇੱਕ ਗੱਲ ਹੋਈ। ਲੇਕਿਨ ਸਤਿਗੁਰ ਕਹਿੰਦੇ ਮਨਮੁਖ ਨਾਲ ਦੋਸਤੀ, ਜੇ ਆਪ ਭੁਲਾਏ ਕਰਤਾਰ, ਉਹ ਤਾਂ ਉਲਟਾ ਤੁਹਾਨੂੰ ਕਰਤਾਰ ਭੁਲਾ ਦੇਣਗੇ। ਜਿਹੜਾ ਤੁਸੀਂ ਥੋੜਾ ਬਹੁਤ ਨਾਮ ਜਪਦੇ ਹੋ ਉੱਥੋਂ ਵੀ ਜਾਓਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੰਨੀ ਗਹਿਰਾਈ ਨਾਲ ਚੋਟ ਮਾਰਨਗੇ। ਜਿਹੜਾ ਤੁਸੀਂ ਨਾਮ ਜਪ ਰਹੇ ਹੋ ਨਾ ਬਾਣੀਆਂ, ਉਹਦੇ ਵੱਲੋਂ ਵੀ ਟੁੱਟ ਜਾਓਗੇ। ਤੋੜਨ ਵਰਗਾ ਪਾਪ ਨਹੀਂ ਤੇ ਜੋੜਨ ਵਰਗਾ ਪੁੰਨ ਨਹੀਂ ਪਾਈ। ਕਿਸੇ ਇੱਕ ਟੁੱਟੇ ਹੋਏ ਨੂੰ ਸੜਕ ਤੇ ਜਾਂਦੇ ਨੂੰ ਗੁਰੂ ਨਾਲ ਜੋੜ ਦਿਆ ਕਰੋ। ਜੋ ਭਾਈ ਪ੍ਰਾਣਾ ਜੀ ਨੇ ਮੰਗਿਆ ਸੀ ਅੰਮ੍ਰਿਤਸਰ, ਗੁਰੂ ਜੀ ਜੇ ਟੁੱਟੇ ਹੋ ਤੇ ਮੈਂ ਤੁਹਾਡੇ ਗੁਰੂ ਰਾਮਦਾਸ ਜੀ ਦੇ ਦਰਵਾਜ਼ੇ ਨਾਲ ਰੋਜ਼ਾਨਾ ਇੱਕ ਸਿੱਖ ਨੂੰ ਜੋੜ ਸਕਾਂ ਪੂਰੀ ਜ਼ਿੰਦਗੀ, ਇਹ ਵਰ ਦੇ ਦਿਓ ਮੈਨੂੰ ਜੇ ਟੁੱਟੇ ਹੋ ਤੇ। ਮਹੱਲਾ ਤੀਜਾ, ਇੱਕ ਸਦਾ ਇਕੱਤੇ ਰੰਗ ਰਹੇ, ਤਿੰਨ ਕੈ ਹੋਂ ਸਦ ਬਲਿਹਾਰੇ ਜਾਉ। ਇੱਕ ਤੇ ਪ੍ਰਭੂ ਦੇ ਰੰਗ ਵਿੱਚ ਰੰਗੇ ਗਏ ਹਨ। ਸਿਰਫ ਰੰਗ ਦੀ ਵਿੱਚ ਉਹਨਾਂ ਵਿੱਚ ਪਰਮਾਤਮਾ ਦੀ ਗੱਲ ਨਿਕਲਦੀ ਹੈ। ਤਿੰਨ ਕੈ ਹੋਂ ਸਦ ਬਲਿਹਾਰੇ ਜਾਉ। ਮੈਂ ਸਤਿਗੁਰ ਕਹਿੰਦੇ ਉਹਨਾਂ ਦੇ ਬਲਿਹਾਰੇ ਜਾਣਾ ਜੀ, ਜਿਨ੍ਹਾਂ ਨੇ ਨਾਮ ਦੀ ਗੱਲਾਂ ਕਰਨੀ ਹੈ। ਤਨ ਮਨ ਧਨ ਅਰਪੀ। ਦੇਖੋ ਤਿੰਨ ਚੀਜ਼ਾਂ ਹੁੰਦੀਆਂ ਇਨਸਾਨ ਕੋਲ, ਸਰੀਰ, ਤਨ, ਮਨ ਵੇਚੇ ਸਤਿਗੁਰ ਕੇ ਪਾਸ। ਧਨ ਅਰਪੀ, ਧਨ ਜਿਹੜੀ ਮਾਇਆ, ਦੌਲਤਾਂ, ਭੰਡਾਰ, ਕਰੋੜੋਂ ਰੁਪਇਆ ਤੁਹਾਡੇ ਕੋਲ ਲੱਗਾ, ਕਹਿੰਦੇ ਮੈਂ ਸਭ ਕੁਝ ਅਰਪ ਕਰ ਦਾਂਗਾ। ਸਤਿਗੁਰ ਕਹਿੰਦੇ ਮੈਂ ਉਹਨਾਂ ਦੇ ਵਾਸਤੇ ਸਾਰਾ ਕੁਝ ਕਰਨ ਨੂੰ ਤਿਆਰ ਹਾਂ, ਭਗਤਾਂ ਵਾਸਤੇ। ਤਿੰਨ ਕੋ ਨਿਵ ਨਿਵ ਲਾਗੋ ਪਾਏ। ਉਲਟਾ ਉਹਨਾਂ ਦੇ ਪੈਰ ਹੀ ਪਵਾਂਗਾ, ਪੈਸੇ ਦੇ ਕੇ, ਤਨ ਮਨ ਧਨ ਸਭ ਸੌਂਪ ਕੇ, ਉਲਟਾ ਉਹਨਾਂ ਦੇ ਪੈਰ ਮੈਂ ਪਵਾਂਗਾ ਭਗਤਾਂ ਦੇ। ਸਤਿਗੁਰ ਕਹਿੰਦੇ ਸਤਿਗੁਰ ਦੀ ਅਵਸਥਾ, ਜੋ ਗੁਰੂ ਪਿਆਰ ਕਰਦਾ ਸਿੱਖ ਨੂੰ, ਸੰਤਾਂ ਨੂੰ। ਤਿੰਨ ਮਿਲਿਆ ਮਨ ਸੰਤੋਖੀਐ। ਉਹਨਾਂ ਨੂੰ ਮਿਲ ਕੇ ਮੇਰੇ ਮਨ ਨੂੰ ਬੜਾ ਸੰਤੋਖ ਆਉਂਦਾ, ਬੜੀ ਸ਼ਾਂਤੀ ਆਉਂਦੀ ਹੈ ਭਗਤਾਂ ਔਰ ਸੰਤਾਂ ਨੂੰ, ਗੁਰਸਿੱਖਾਂ ਨੂੰ ਮਿਲ ਕੇ। ਤ੍ਰਿਸ਼ਨਾ ਭੁੱਖ ਸਭ ਜਾਏ। ਅੰਦਰੋਂ ਦੀ ਮਾਇਆ ਵੱਲ ਤ੍ਰਿਸ਼ਨਾ, ਭੁੱਖ ਲੱਗੀ ਵੀ ਹੈ, ਉਹ ਸਾਰੀ ਜਾਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉਹ ਤਾਂ ਬਰਬਾਦੀ ਦੇ ਰਸਤੇ ਜਾਣੀ ਜਾਣਾ। ਇੱਧਰੋਂ ਥੋੜੀ ਸ਼ਾਂਤੀ ਮਿਲਦੀ ਹੈ ਕਿ ਇਹ ਰਸਤਾ ਕੁਝ ਮੈਨੂੰ ਲੱਗਦਾ ਹੈ ਕਿ ਮੈਨੂੰ ਪਰਮਾਤਮਾ ਨਾਲ ਮਿਲਾਪ ਕਰਾ ਦੇਗਾ। ਇਸ ਕਰਕੇ ਉਹਨਾਂ ਦੀ ਤੜਫ ਹੋ ਜਾਂਦੀ ਹੈ ਕਿ ਕੋਈ ਗੁਰਸਿੱਖ ਨਾਲ ਹੀ ਮਿਲੀਏ। ਨਾਨਕ ਨਾਮ ਰਤੇ ਸੁਖੀਏ, ਸਦਾ ਸੱਚੇ ਸਿਉ ਲਿਵ ਲਾਏ। ਕਹਿੰਦੇ ਨਾਨਕ ਨਾਮ ਨਾਲ ਰਤੇ ਹੋਏ ਹਨ ਨਾਨਕ ਜੀ, ਤੇ ਸੁਖੀ ਹੈ। ਸਭ ਤੋਂ ਸੁਖੀ ਉਹੀ ਹਨ ਭਗਤ ਜਨ। ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਦੁਖੀ ਹੈ, ਪਰ ਸੰਤਾਂ ਮਹਾਂਪੁਰਸ਼ਾਂ ਨੂੰ ਕੋਈ ਵੀ ਦੁੱਖ ਨਹੀਂ, ਉਹ ਸੁਖੀ ਹੈ। ਸਦਾ ਸੱਚੇ ਸਿਉ ਲਿਵ ਲਾਏ। ਉਹ ਹਮੇਸ਼ਾ ਉਸ ਪਰਮਾਤਮਾ ਨਾਲ ਸੱਚੇ ਨਾਲ ਲਿਵ ਲਗਾ ਕੇ ਬੈਠੇ ਰਹਿੰਦੇ ਆ, ਉਹਨਾਂ ਨੂੰ ਹੋਰ ਕੋਈ ਚੇਤਾ ਨਹੀਂ। ਨਾਮ ਬਸ ਨਾਮ ਦੀ ਗੱਲ। ਪੌੜੀ ਤਿਸ ਗੁਰ ਕੋ ਹੋ ਵਾਰਿਆ,
ਕਹਿੰਦੇ ਅਸੀਂ ਉਸ ਗੁਰਾਂ ਨੂੰ ਵਾਰਿਆ ਜਾਂਦੇ ਹਾਂ ਜਿਨ ਹਰ ਕੀ ਹਰ ਕਥਾ ਸੁਣਾਈ, ਜਿਨ੍ਹਾਂ ਨੇ ਸਾਨੂੰ ਹਰੀ ਦੀ ਕਥਾ ਸੁਣਾਈ ਹੈ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਕਹਿੰਦੇ ਉਹਨਾਂ ਦੇ ਮੈਂ ਬਲਿਹਾਰ ਜਾਨਾ ਹਾਂ ਜੋ ਪ੍ਰਮਾਤਮਾ ਦੀ ਕਥਾ ਸੁਣਾਉਂਦੇ ਹਨ। ਤਿਸ ਗੁਰ ਕੋ ਸਦ ਬਲਿਹਾਰ ਨੇ ਜਿਨ ਹਰ ਸੇਵਾ ਬਣਤ ਬਣਾਈ, ਉਸ ਗੁਰੂ ਨੂੰ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਨੇ ਇਹ ਸੇਵਾ ਬਣਾਈ ਹੈ। ਪ੍ਰਭੂ ਨੂੰ ਮਿਲਾਪ ਵਾਸਤੇ ਸੇਵਾ ਵੀ ਜ਼ਰੂਰੀ ਹੈ। ਹੱਥੀਂ ਸੇਵਾ ਕਰਨੀ, ਝਾੜੂ ਮਾਰਨਾ, ਦੇਗ ਵਰਤਾਨਾ, ਹੋਰ ਸੇਵਾ ਬਤੇਰੀਆਂ ਸੇਵਾ, ਭਾਂਡੇ ਮਾਰਨਾ, ਪ੍ਰਸ਼ਾਦੇ ਬਣਾਉਣੇ, ਇਹ ਗੁਰੂ ਨੇ ਬਣਾਈ ਹੈ ਸੇਵਾ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਈ ਛਡਾਈ। ਉਸ ਸਤਿਗੁਰ ਤੇ ਇੰਨਾ ਭਰੋਸਾ ਕਿ ਮੇਰੇ ਨਾਲ ਹੀ ਖੜਾ ਹੈ, ਮੈਂ ਜਿੱਥੇ ਮਰਜ਼ੀ ਫਸ ਜਾਵਾਂ ਉਹ ਮੈਨੂੰ ਛਡਾ ਲੇਗਾ, ਛਡਾ ਲੇਗਾ। ਇਹ ਭਰੋਸੇ ਦੀ ਦਾਤ ਹੈ, ਭਗਤਾਂ ਦੀ ਗੱਲਾਂ। ਤਿਸ ਗੁਰ ਕੋ ਸ਼ਾਬਾਸ ਹੈ ਜਿਨ ਹਰ ਸੋਜੀ ਪਾਈ, ਉਸ ਗੁਰੂ ਨੂੰ ਵੀ ਸ਼ਾਬਾਸ ਹੈ। ਸਤਿਗੁਰ ਕਹਿੰਦੇ ਹਨ ਤੀਜੇ ਪਾਤਸ਼ਾਹ, ਜਿਨ ਹਰ ਸੋਜੀ ਪਾਈ, ਜਿਨ੍ਹਾਂ ਨੇ ਸਾਨੂੰ ਸੋਜੀ ਪਾਈ ਹੈ, ਇੰਨਾ ਗਿਆਨ ਬਖਸ਼ਿਆ ਹੈ, ਸਾਨੂੰ ਭਰੋਸਾ ਦਿੱਤਾ ਹੈ। ਨਾਨਕ ਗੁਰ ਵਿਟੋਂ ਵਾਰਿਆ ਜਿਨ ਹਰ ਨਾਮ ਦਿਆ, ਮੇਰੇ ਮਨ ਕੀ ਆਸ ਪੁਰਾਈ। ਉਹਨਾਂ ਗੁਰੂਆਂ ਨੂੰ ਵਾਰਿਆ ਹੈ, ਨਾਨਕ ਗੁਰੂ ਵਿਟੋਂ ਵਾਰਿਆ। ਨਾਨਕ ਜੀ ਨੇ ਗੁਰੂ ਵਿੱਚੋਂ ਆਪਣੇ ਆਪ ਨੂੰ ਵਾਰ ਦਿੱਤਾ ਹੈ। ਜਿਨ ਹਰ ਨਾਮ ਦਿਆ, ਜਿਨ੍ਹਾਂ ਨੇ ਸਾਨੂੰ ਨਾਮ ਦਿੱਤਾ, ਮੇਰੇ ਮਨ ਕੀ ਆਸ ਪੁਰਾਈ। ਹੋਰ ਕੋਈ ਦੁਨਿਆਵੀ ਆਸ ਨਹੀਂ, ਇੱਥੇ ਇਸ਼ਾਰਾ ਹੋ ਰਿਹਾ ਹੈ ਜਿਨ੍ਹਾਂ ਨੂੰ ਨਾਮ ਪ੍ਰਾਪਤ ਹੋ ਗਿਆ ਹੈ। ਕਹਿੰਦੇ ਉਹ ਮੇਰੀ ਆਸ ਸੀ ਕਿ ਮੇਰੇ ਹਿਰਦੇ ਵਿੱਚ ਨਾਮ ਵਸ ਜਾਵੇ, ਉਹ ਗੁਰੂ ਨਾਨਕ ਸਾਹਿਬ ਜੀ ਨੇ ਪੂਰਾ ਕਰਤਾ ਹੈ। ਪੂਰੇ ਸਤਿਗੁਰ ਨੇ ਇਹ ਜਿਹੜੀ ਸੋਝੀ ਬਖਸ਼ੀ, ਜਿਹਦੇ ਕਰਕੇ ਮੇਰੇ ਅੰਦਰ ਇਹ ਅਵਸਥਾ ਆਈ ਹੈ। ਆਓ ਪਿਆਰਿਓ, ਕਬੀਰ ਭਗਤ ਇੰਨੇ ਪਿਆਰੇ ਭਗਤ ਹੋਏ ਹਨ ਜੀ। ਇਹਨਾਂ ਨੇ ਰੱਬ ਨੂੰ ਚੇਤੇ ਕੀਤਾ, ਰੱਬ ਦੀ ਬੰਦਗੀ ਕੀਤੀ। ਆਪ ਜੀ ਨੂੰ ਪਤਾ ਹੀ ਹੈ, ਰਵਿਦਾਸ, ਕਬੀਰ, ਇਹ ਸਾਰੇ ਹੀ ਸਿਆਣੇ ਸਨ, ਕਿਉਂਕਿ ਨਾਮ ਜਪਦੇ ਸਨ, ਬੜੇ ਸਿਆਣੇ ਸਨ। ਇਹਨਾਂ ਨੂੰ ਗੁਰਬਾਣੀ ਨੇ ਸਿਆਣਾ ਆਖਿਆ ਹੈ ਕਿਉਂਕਿ ਇਹਨਾਂ ਨੇ ਉਹ ਇਕੱਤਰ ਕੀਤਾ ਹੈ ਜਿਹੜਾ ਨਾਲ ਜਾਣਾ ਹੈ। ਕਬੀਰ ਜੀ ਸਿਆਣੇ ਹੋ ਗਏ, ਹੁਣ ਵੱਡੇ ਹੋ ਗਏ। ਉਹਨਾਂ ਦੀ ਭਗਤੀ, ਉਹਨਾਂ ਦੇ ਗਿਆਨ, ਨੇਕ ਚਰਚਾ ਸਾਰੇ ਬਨਾਰਸ ਵਿੱਚ ਹੋ ਰਹੀ ਹੈ, ਖਿਲਰ ਗਈ ਇੱਕ ਪ੍ਰਕਾਰ ਦੀ। ਉਹਨਾਂ ਦੇ ਘਰੋਂ ਮਾਤਾ ਲੋਈ ਜੀ ਦੋਨੋਂ ਬੱਚਿਆਂ ਦੀ ਮਾਂ ਹੋ ਚੁੱਕੀ ਸੀ, 2 ਬੱਚੇ ਸਨ, ਇੱਕ ਪੁੱਤਰ ਕਮਲਾ ਤੇ ਕਮਾਲੀ। ਲੜਕੀ ਸੀ ਕਮਾਲੀ। ਦੋਵੇਂ ਬਾਲਕ ਵੀ ਤਗੜੇ ਹੋ ਗਏ ਸਨ, ਤਗੜੇ, ਤੇ ਕੰਮਾਂ ਵਿੱਚ ਹੱਥ ਵਟਾਉਂਦੇ ਕਬੀਰ ਦੇ। ਜੀਵਨ ਦੀ ਲੋੜ ਪੂਰੀਆਂ ਕਰਨ ਵਾਸਤੇ 10 ਨੂੰਹਾਂ ਦੀ ਕਿਰਤ ਕਰਦੇ ਕਬੀਰ ਸਾਹਿਬ। ਭਾਵ ਕੱਪੜਾ ਬੁਣਦੇ ਸਨ। ਜਦੋਂ ਕੱਪੜਾ ਤਿਆਰ ਹੋ ਜਾਂਦਾ ਉਸ ਨੂੰ ਬਾਜ਼ਾਰ ਵਿੱਚ ਵੇਚ ਵੀ ਦਿੰਦੇ ਸਨ। ਵੱਡੀ ਰਕਮ ਤੇ ਘਿਓ ਦੁੱਧ ਲਿਆ ਕੇ ਘਰ ਦਾ ਗੁਜ਼ਾਰਾ ਉਹਨਾਂ ਦਾ ਚੱਲ ਰਿਹਾ ਸੀ। ਬਹੁਤ ਸੋਹਣਾ ਗੁਜ਼ਾਰਾ ਹੋ ਰਿਹਾ ਸੀ, ਸੁਖੀ ਸਨ, ਜਿਸ ਨਾਲ ਸਾਰੇ ਦੀ ਪੇਟ ਦੀ ਤ੍ਰਿਸ਼ਨਾ, ਪੇਟ ਪੂਜਾ ਹੋ ਜਾਂਦੀ ਸੀ। ਵਾਧੂ ਵਸਤੂਆਂ ਨਾ ਕਬੀਰ ਜੀ ਕਦੀ ਕਿਸੇ ਭੁੱਖੇ ਸਾਧੂ ਨੂੰ ਦੇ ਦਿੰਦੇ ਸਨ, ਉਹਨਾਂ ਦਾ ਸਤਿਕਾਰ ਕਰਦੇ ਸਨ। ਘਰ ਵਿੱਚ ਸੰਗਤ ਆਉਂਦੀ ਸੀ। ਲੋਕਾਂ ਨਾਲੋਂ ਵਾਦਾ ਇਹ ਸੀ, ਹੱਥਾਂ ਨਾਲ ਕਾਰ ਕਰਦੇ ਰਹਿੰਦੇ ਸਨ ਤੇ ਮੂੰਹ ਨਾਲ ਰਾਮ 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 ਦਾ ਸਿਮਰਨ ਕਰਦੇ। ਇੱਕ ਦਿਨ ਖੁਦ ਰਾਮ ਦਾ ਰੂਪ ਹੋ ਚੁੱਕੇ ਸਨ। ਰਾਮ ਰਾਮ ਕਰਦੇ। ਕਬੀਰ ਵੀ ਗੁਰਬਾਣੀ 'ਚ ਆਇਆ ਹੈ ਕਿ ਰਾਮ ਹੋ ਗਏ ਸਨ। ਉਹਨਾਂ ਤੇ ਰਾਮ ਵਿੱਚ ਕੋਈ ਭੇਦ ਨਹੀਂ ਸੀ। ਹੁਣ ਕਬੀਰ ਦੇ ਪ੍ਰਮਾਤਮਾ ਦੀ ਲੀਲਾ ਦਾ ਭੇਦ ਨਹੀਂ ਆਉਂਦਾ ਜੀ। ਗਰੀਬੀ ਭਗਤਾਂ ਦੀ ਪਿੱਛਾ ਨਹੀਂ ਛੱਡਦੀ, ਇਹ ਗੱਲ ਯਾਦ ਰੱਖਣਾ। ਜਿਹੜੇ ਭਗਤ ਹੋਣਗੇ ਨਾ, ਉਹਨਾਂ ਦੇ ਘਰ ਥੋੜ ਹੋਏਗੀ। ਕਦੀ ਕਿਸੇ ਪਦਾਰਥ ਦੀ ਘਾਟ, ਕਦੀ ਕਿਸੇ ਕਾਰਜ, ਕੋਈ ਵੱਡਾ ਵਿਆਹ ਦਾ ਕਾਰਜ ਕਰਨਾ ਹੈ, ਕੋਈ ਹੋਰ ਕਾਰਜ, ਪੈਸੇ ਨਾਲ ਜਿਹੜਾ ਲਿੰਕ ਹੋਏਗਾ
ਉਹਦੇ ਅੰਦਰ ਭਗਤ ਥੋੜੀ ਨਾ ਪਰੇਸ਼ਾਨੀ ਆਉਂਦੀ ਹੈ, ਕਿਉਂਕਿ ਉਹ ਇਕੱਤਰ ਨਹੀਂ ਕਰਦੇ ਨਾ, ਪਹਿਲੇ ਧਿਆਨ ਹੁੰਦਾ ਨਾਮ ਵੱਲ ਹੁੰਦਾ। ਗਰੀਬੀ ਨਹੀਂ ਪਿੱਛਾ ਛੱਡਦੀ, ਪਰਛਾਵੇਂ ਵਾਂਗ ਭਗਤਾਂ ਦੇ ਨਾਲ ਰਹਿੰਦੀ ਹੈ ਜੀ ਗਰੀਬੀ, ਪਰਛਾਵੇਂ ਵਰਗਾ ਐਗਜ਼ਾਮਪਲ ਦਿੱਤਾ। ਇੱਕ ਦਿਨ ਕਬੀਰ ਦੇ ਘਰ ਅੰਨ ਦੀ ਥੋੜ ਪੈ ਗਈ। ਨੀਰੂ ਜੋ ਕਬੀਰ ਦੇ ਪਿਤਾ ਹੋਏ, ਨੀਰੂ ਦੇ ਆਖਣ ਤੇ ਕਬੀਰ ਥਾਨ ਵੇਚਣ ਵਾਸਤੇ ਬਾਜ਼ਾਰ ਗਿਆ ਹੈ, ਤੇ ਹੁਣ ਥਾਨ ਚੱਕਿਆ ਹੈ ਸਿਰ ਤੇ ਕਬੀਰ ਨੇ। ਰਾਜੇ ਹਰੀਸ਼ ਚੰਦਰ ਵਾਂਗ, ਜਿਸ ਤਰ੍ਹਾਂ ਰਾਜੇ ਹਰੀਸ਼ ਚੰਦਰ ਦੀ ਪ੍ਰੀਖਿਆ ਹੋਈ ਨਾ, ਪਰਖਣ ਵਾਸਤੇ ਇੱਕ ਸਾਧੂ ਬਾਜ਼ਾਰ ਵਿੱਚ ਰੱਬ ਨੇ, ਪਰਮਾਤਮਾ ਨੇ ਭੇਜ ਦਿੱਤਾ ਕਿ ਕਬੀਰ ਦੀ ਪ੍ਰੀਖਿਆ ਕਰੀਏ, ਕਬੀਰ ਕਿਸ ਅਵਸਥਾ ਤੇ ਹੈ। ਸਾਧੂ ਕਬੀਰ ਨੂੰ ਮਿਲ ਕੇ ਕਹਿਣ ਲੱਗਾ, ਉਹ ਭਗਤਾ ਤੂੰ ਬਹੁਤ ਧਰਮੀ ਤੇ ਨੇਕ ਕਰਮੀ ਜਾਪਦਾ ਹੈ। ਸਿਆਲ ਦੇ ਦਿਨ ਨੇੜੇ ਆ ਰਹੇ ਹਨ, ਤਨ ਮੇਰਾ ਸਾਰਾ ਨੰਗਾ ਹੈ ਤੇ ਤੇਰੇ ਕੋਲ ਵਸਤਰ ਹੈਗੇ, ਮੈਨੂੰ ਪਤਾ ਲੱਗ ਰਿਹਾ ਤੇਰੇ ਕੋਲ ਥਾਨ ਚੱਕਿਆ, ਔਰ ਮੇਰੇ ਕੋਲ ਵਸਤਰ ਪਾਉਣ ਵਿੱਚ ਥੋੜ ਹੈ। ਕਿਤਨਾ ਚੰਗਾ ਹੋਵੇ ਜੇ ਇਹ ਕਪੜਾ ਮੈਨੂੰ ਤੂੰ ਦੇ ਦੇਵੇ, ਪਰਮਾਤਮਾ ਤੇਰੀਆਂ ਸਾਰੀਆਂ ਕਾਮਨਾਵਾਂ ਪੂਰੀ ਕਰ ਲੇਗਾ, ਤੂੰ ਵਸਤਰ ਮੈਨੂੰ ਦੇ। ਉਹ ਤੇ ਵੇਚਣ ਚੱਲੇ ਸੀ ਘਰ ਦੇ ਗੁਜ਼ਾਰੇ ਵਾਸਤੇ, ਰਾਸ਼ਨ ਪਾਣੀ ਵਾਸਤੇ, ਤੇਰੇ ਕੋਲ ਕੋਈ ਟੋਟ ਨਹੀਂ ਆਏਗੀ। ਸਾਧੂ ਕਹਿੰਦਾ, ਮਹਾਤਮਾ ਜੀ ਕਿੰਨਾ ਕੁ ਕਪੜਾ ਚਾਹੀਦਾ ਹੈ? ਕਬੀਰ ਜੀ ਹੁਣ ਬੋਲੇ। ਕਬੀਰ ਨੇ ਪੁੱਛਿਆ, ਸਾਰਾ ਥਾਨ ਹੀ ਦੇ ਦਿਓ, ਕਿਉਂਕਿ ਚਾਦਰੇ ਬਣਾਉਣੇ ਹਨ, ਵੱਡੇ ਵੱਡੀ ਚਾਦਰਾਂ ਵੀ ਕਰਨੀਆਂ, ਸਾਰਾ ਥਾਨ ਮੰਗ ਲਿਆ ਡਿਮਾਂਡ ਰੂਪ ਕਬੀਰ ਕੋਲੋਂ। ਹੁਣ ਕੀ ਹੋਇਆ? ਥਾਨ ਤੇ ਦੇਖੋ ਵੇਚਣ ਦੀ ਇਰਾਦਾ ਸੀ, ਤੇ ਥਾਨ ਹੁਣ ਮੰਗ ਹੀ ਲਿਆ ਸਾਧੂ ਨੇ। ਤੇ ਸਾਧੂ ਨੇ ਉੱਤਰ ਦਿੱਤਾ, ਕਬੀਰ ਨੇ ਸਾਰਾ ਥਾਨ ਉਸ ਮਹਾਤਮਾ, ਉਸ ਸਾਧੂ ਦੇ ਹਵਾਲੇ ਕਰ ਦਿੱਤਾ। ਉਹ ਥਾਨ ਨੂੰ ਫੜ ਕੇ ਜਿੱਧਰੋਂ ਆਇਆ ਸੀ ਨਾ ਕਬੀਰ, ਉਧਰ ਹੀ ਸਾਧੂ ਵੀ ਚਲਾ ਗਏ ਤੇ ਕਬੀਰ ਸਾਹਿਬ ਵੀ ਚਲੇ ਗਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੱਲ ਹੀ ਮੁਕਾਤੀ। ਜੋ ਕਪੜਾ ਘਰ ਪਰਿਵਾਰ ਦਾ ਸੀ ਉਹ ਸਾਰਾ ਇੱਕ ਸਾਧੂ ਨੂੰ ਦਿਆ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ 20 ਰੁਪਏ ਦਾ ਲੰਗਰ ਲਾਏ ਸੀ। ਰਾਮ ਸਿਮਰਨ ਕਰਨ ਵਾਲਾ ਭਗਵੰਤ ਸਾਧੂ ਚਲੇ ਜਾਣ ਤੋਂ ਪਿੱਛੋਂ ਕਬੀਰ ਸੋਚੀ ਪੈ ਗਿਆ, ਥਾਨ ਦਾ ਦਾਨ ਤੇ ਕਰ ਦਿੱਤਾ, ਹੁਣ ਘਰ ਵਾਸਤੇ ਰਾਸ਼ਨ ਮੁੱਕ ਗਿਆ ਸੀ, ਕਿਵੇਂ ਚੱਲੇਗਾ? ਘਰ ਵਿੱਚ ਸਾਰੇ ਭੁੱਖੇ ਉਡੀਕਦੇ ਹੋਣਗੇ, ਮਾਂ ਪਿਓ, ਪਤਨੀ ਲੋਈ ਜੀ ਤੇ ਕਮਲਾ ਤੇ ਕਮਾਲੀ, ਬੱਚੇ ਵੀ, ਸਾਰਾ ਪਰਿਵਾਰ ਕਿਵੇਂ ਚੱਲੇਗਾ? ਬੜੀ ਵੱਡੀ ਗੱਲ ਹੈ ਥਾਨ ਦੇਣਾ। ਜੋ ਰਿਜ਼ਕ ਦਾ ਇੱਕੋ ਸਹਾਰਾ ਸੀ ਉਹੀ ਦੇਤਾ, ਸਾਰਾ ਹੀ ਦੇਤਾ ਦਾਨ। ਸੋਚ ਕੇ ਘਰ ਨੂੰ ਜਾਣ ਦੀ ਥਾਂ ਗੰਗਾ ਕਿਨਾਰੇ ਤੇ ਤੁਰ ਗਏ ਹਨ। ਦੇਖੋ ਅਵਸਥਾ, ਨੋਟ ਕਰੋ ਇੱਕ ਗੱਲ, ਉਹਨਾਂ ਨੇ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ, ਰੱਬ ਨੂੰ ਵੀ ਨੋਰੇ ਨਹੀਂ ਮਾਰੇ, ਗੰਗਾ ਕਿਨਾਰੇ ਚਲੇ ਗਏ। ਗੰਗਾ ਦੇ ਨਿਰਮਲ ਨੀਰ ਕਿਨਾਰੇ ਸਮਾਧੀ ਲਾ ਲਈ ਕਬੀਰ ਨੇ, ਰਾਮ ਨਾਮ ਦਾ ਸਿਮਰਨ ਕਰਨ ਲੱਗੇ। ਲਿਵ 10ਵੇਂ ਦੁਆਰ ਪੁੱਜੀ, ਭਗਵਾਨ ਦੇ ਚਰਨਾਂ ਵਿੱਚ ਪਿਆਰ ਨਾਲ ਜੁੜ ਕੇ ਰਾਮ ਰਾਮ ਦੀ ਧੁਨੀ ਲਗਾ ਲਈ। ਸਰਵ ਸ਼ਕਤੀਮਾਨ ਭਗਵਾਨ ਆਪਣੇ ਭਗਤਾਂ ਦਾ ਧਿਆਨ ਕਰਦਾ ਹੈ, ਤੁਹਾਨੂੰ ਪਤਾ। ਹੁਣੇ ਇਹੀ ਗੱਲ ਸ਼ੁਰੂ ਕੀਤੀ ਗਈ ਸੀ ਕਿ ਭਗਤ ਦੇ ਨੇੜੇ ਹੈ ਭਗਵਾਨ, ਭਗਤਾਂ ਨੂੰ ਸ਼ਰਮਿੰਦਾ ਨਹੀਂ ਹੋਣ ਦਿੰਦਾ। ਸਭ ਤੋਂ ਵੱਡੀ ਗੱਲ, ਉਹਨਾਂ ਦੀ ਕਿੱਥੇ ਬੇਇੱਜ਼ਤੀ ਹੋਣ ਲੱਗੀ ਨਾ, ਉੱਥੇ ਇੱਜ਼ਤ ਵੀ ਟੱਕਣ ਆ ਜਾਂਦਾ ਨੇ। ਇਹ ਵੀ ਪਰਖ ਕੇ ਦੇਖ ਲੈਣਾ, ਸ਼ਰਮਿੰਦਾ ਨਹੀਂ ਹੋਣ ਦੇਗਾ, ਨਹੀਂ ਹੋਣ ਦੇਗਾ। ਸਾਰੀਆਂ ਜੀਵਨ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਭਗਵਾਨ। ਜਰੀਆ ਕੋਈ ਵੀ ਬਣਾ ਦੇਗਾ, ਜਰੀਏ ਤੇ ਸ਼ੱਕ ਨਾ ਜਾਏ ਤੁਹਾਡਾ। ਜਰੀਆ ਮਨੁੱਖ ਹੀ ਹੋਏਗਾ, ਲੋੜਾਂ ਪਰ ਪੂਰੀ ਕਰ ਦੇਗਾ। ਕਿਸੇ ਤਰ੍ਹਾਂ ਉਹਨੇ ਕਰਨੀ ਹੈ ਭਗਤਾਂ ਦੀ, ਟੈਨਸ਼ਨ ਉਹਨਾਂ ਨੇ ਦੂਰ ਕਰਨੀ ਹੈ। ਕਬੀਰ ਭਗਤ ਨੇ ਭਗਵਾਨ ਦਾ ਦਿਲ ਜਿੱਤ ਲਿਆ ਸੀ। ਭਗਵਾਨ ਨੇ ਖਿਆਲ ਕੀਤਾ ਕਿ ਭਗਤ ਦਾ ਪਰਿਵਾਰ ਇਸ ਟਾਈਮ ਭੁੱਖਾ ਹੈ,
परिवार घर विच उड़ीक कर रहा है बेचारे भगत की। कबीर कपड़े के थान नूं दान कर चुका है, राम राम कर लिया है गंगा किनारे, इनू कोई फिक्र नहीं घर की होएगा। हर जी नूं अपना आसन सिंघासन छड्डना पिया। धरती उत्ते शहर बनारस विच आए आप भगवान वंजारे का रूप धार के। अज भगवान बाजार विचों अन्न दाल लूण घ्यो आदिक लैके हुण अगे जा रहे हैं जी। हुण अगे जांदे उन्हां नूं ये अवस्था मिली है कि परमात्मा ने उस अन्न वस्त्र की पूर्ति करते हुए गड्ढा कर लिया। गड्ढे विच जरूरी चीज़ां सारियां भरियां हैं ते हुण कबीर दे घर दे अगे पहुँच गए हैं। बिना किसी नूं पुछन, किसी ने पुछया नहीं परिवार नूं, समान दियां भरियां होइयां जड़ियां सारियां बोरियां सुटनियां शुरू करती। परमात्मा ने समान भरिया, राशन भरिया। नीरू ते नीमा, नीरू पिता ते नीमा माता कबीर दी। ते कबीर दी इस्त्री लोई हैरान सन, ये हो की रहा है अज। वो होंदा देख के ना सारा कुछ भुल गए हैं। तीनों अगे होए वंजारे नूं, वंजारा भगवान सी, भगवान रूप धार के आए सी। आखन लगे भाई प्रतीत होंदा है तू घर भुल गया, कोई ये समान असां मंगाए नहीं ते साडे वास्ते तू इन्ना समान गड्ढा भर के गरीब जुलाए ते घर आ गया है। यह किसी साहूकार का माल जापदा है, भाई कित्थे होर ला, डिलीवरी गलत जगह हो रही है तेरी, कित्थे ना इत्थे ना सुट्टो। घबरा गए गरीब आदमी। अगो परमात्मा वंजारा बोलिया घबराओ ना, ये कबीर का ही घर है ना, ये सब समान कबीर ने भेजिया है। अज कपड़े का थान कबीर कोलो एक साहूकार खरीद के ले गया है। साहूकार देखो बहाना की पाया, साहूकार खरीद के ले गया है थान, उदे पलटे ये सारी माया दिती है, उस माया नाल इन्ना समान खरीदया है। घबराउण की लोड़ नहीं, खाओ ते आनंद लवो। भगवान वंजारी ने आख्या लोड़ दियां वस्तुआं नाल घर भर गया। बुढ़ेपे विच नीरू ते नीमा खुश सन कि कबीर किन्ना चंगा है साडा पुत्तर। इन्ने खुश कि वो बुढ़ेपे विच अपनी प्रतीत करन लग गए। पुत्तर की याद आई कि कबीर इस टाइम कित्थे होएगा जिन्हें इन्ना साडा ध्यान रखिया। लोई जी भी आनंद विच कमली कमाली ते कमला समान दे दे के नच रहे हैं। घर भी खुशियां आ गई, बाहर आ गई है गरीबां दे घर। वो कदी शक्कर दे फक्के मूँह च मारदे हैं, कदी गुड़ खांदे हैं। करन वाला ते परमात्मा से। हुण की होया, रज रज के समान पदार्थ तैयारी हो गई है, पर लोई अजे भुखे बैठी है। देखो पत्नी धन हन, कबीर जी का इंतजार करी है माता लोई, ताई नाम आया है। भुखी बैठी है क्योंकि उन्हों का जीवन साथी कबीर घर नहीं आया हजे, उड़ीकदी है। तरकाला पै गया, कबीर ना आया। सारे परिवार को चिंता हुई, नीरू ते नीमा लभण गए। कईयां ने पूछया कि कित्थे गए कबीर। कबीर साहब ते गंगा किनारे बैठे सन। अगों लभ लिया, कबीर चौकड़ी मार के बैठे सन। हुण कबीर जी नूं बेनती की बच्चियां ने कि पिता जी घर आओ, तुसी जड़ा व्यापारी नूं थान वेचिया सी, कमाल करती तुसी तां, वो सारा ही घर ही बरकतां ही पै गई है। कबीर कहंदे हैं, कबीर जल्दी नाल ध्यान तोड़ के घर वाल आए। वाकई घर के अंदर सारा कुछ समान बरकतां पई है। कबीर जी नूं समझण दे देर नहीं लगी
ਕਬੀਰ ਕਹਿੰਦੇ ਜਿਨ੍ਹਾਂ ਦੀ ਨੌਕਰੀ ਮੈਂ ਕਰਦਾ ਹਾਂ ਉਹ ਮੇਰੀ ਨੌਕਰੀ ਕਰਨ ਆ ਗਏ ਹਨ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਜਿਨ੍ਹਾਂ ਦੀ ਨੌਕਰੀ ਅਸੀਂ ਭਗਤ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ, ਉਹ ਤਾਂ ਆਪ ਹੀ ਘਰ ਦੇ ਵਿੱਚ ਪਹੁੰਚੇ ਹੋਏ ਹਨ ਤੇ ਮੈਂ ਇੱਥੇ ਗੰਗਾ ਕਿਨਾਰੇ ਬੈਠਾ। ਕਮਾਲ ਦੀ ਗੱਲ ਹੈ। ਇਸ ਕਥਾ ਤੋਂ ਇਹ ਸਾਬਿਤ ਹੁੰਦਾ ਹੈ ਕਿ ਭਗਤਾਂ ਦਾ ਵਿਸ਼ਵਾਸ, ਭਰੋਸਾ, ਇਹ ਕਬੀਰ ਜੀ ਨੂੰ ਫਿਕਰ ਲਗਾਤੀ ਉਹਨੇ, ਫਿਕਰ। ਪਰਮਾਤਮਾ ਨੂੰ ਵੀ ਆਪਣੇ ਕਬੀਰ ਦੀ ਪਰਦਾ ਲਾਜ ਰੱਖਣ ਧਰਤੀ ਤੇ ਆਉਣਾ ਪਿਆ। ਜਿਸ ਤਰ੍ਹਾਂ ਬੈਣੀ ਭਗਤ ਜੀ, ਆਪ ਜੀ ਨੇ ਉਹ ਕਥਾ ਸੁਣੀ ਸੀ ਨਾ ਬੈਣੀ ਦੀ, ਉਹਨਾਂ ਦਾ ਵੀ ਗੱਡਾ ਭਰ ਕੇ ਘਰ ਪਹੁੰਚ ਗਏ ਸੀ ਪਰਮਾਤਮਾ ਆਪ। ਇਹ ਕਬੀਰ ਜੀ ਨਾਲ ਵੀ ਇਹ ਕੌਤਕ ਹੋਇਆ। ਕਬੀਰ ਜੀ ਕਹਿੰਦੇ ਲੋਈ ਹੁਣ ਤਾਂ ਰੱਬ ਦਾ ਨਾਮ ਗੱਜ ਕੇ ਜਪਣਾ ਹੈ, ਰਾਮ ਰਾਮ ਰਾਮ, ਅੱਠੇ ਪੈਰ ਤੂੰ ਵੀ ਜਪ, ਤੂੰ ਵੀ ਰੱਬ। ਕਹਿੰਦੇ ਸਤਿਗੁਰ ਸਿੱਕੇ ਪਰਦੇ ਢਾਕੇ, ਸਾਡੇ ਪਰਦੇ ਢੱਕਣ ਪ੍ਰਮਾਤਮਾ ਆ ਗਿਆ ਹੈ। ਹੁਣ ਤਾਂ ਸਾਡੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਵੱਧ ਗਈ ਹੈ। ਰਾਮ ਦਾ ਨਿਤਨੇਮ ਵਧਾ ਦਿਓ। ਆਓ ਇਹ ਸਮਾਪਤੀ ਕਰਦੇ ਹਾਂ ਅੱਜ ਦੀ ਪਿਆਰੀ ਪ੍ਰੇਮ ਵਾਲੀ ਕਥਾ ਦੀ। ਸਾਰੇ ਨਾਮ ਜਪੋ ਜੀ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ